ਹੈਲੋ ਸਟੂਡੈਂਟਸ, ਆਪਾਂ ਚੌਥੇ ਵੀਡੀਓ ਤੇ ਆ ਗਏ ਜੀ ਅੱਜ ਦੇ। ਖੈਰ ਪਹਿਲਾ ਵੀਡੀਓ 5 ਮਿੰਟ ਦਾ ਸੀ, ਦੂਜੇ ਨੀਅਰਲੀ 10 ਤੇ 25 ਮਿੰਟ ਲਏ ਆ ਹਲੇ ਤੱਕ ਤੁਹਾਡੇ। ਠੀਕ ਹੈ ਜੀ। ਉਸ ਤੋਂ ਬਾਅਦ ਅਮੀਬਾ ਦੀ ਸ਼ਕਲ ਕਾਦੇ ਕਰਕੇ ਹੁੰਦੀ ਹੈ? ਤੁਹਾਡੇ ਕੋਲ ਅਮੀਬਾ ਦੀ ਸ਼ਕਲ ਆਭਾਸੀ ਪੈਰਾਂ ਕਰਕੇ ਬਦਲਦੀ ਰਹਿੰਦੀ ਹੈ। ਸੂਡੋਪੋਡੀਆ ਕਹਿੰਦੇ ਆ ਜੀ ਆਭਾਸੀ ਪੈਰਾਂ ਨੂੰ, ਅਗਰ ਤੁਹਾਡਾ ਇੰਗਲਿਸ਼ ਮੀਡੀਅਮ ਹੈ। ਵੈਸੇ ਪੇਪਰ ਉੱਥੇ 3 ਲੈਂਗੁਏਜਿਸ 'ਚ ਆਉਂਦਾ। ਇੰਗਲਿਸ਼ ਦਾ ਚੱਕਰ ਹੈ ਕੋਈ ਨਹੀਂ, ਪੰਜਾਬੀ 'ਚੋਂ ਦੇਖ ਕੇ ਅਟੈਂਪਟ ਕਰ ਲਓ, ਇੰਗਲਿਸ਼ 'ਚੋਂ ਕੋਈ ਚੱਕਰ ਨਹੀਂ। ਸੋ ਅਮੀਬਾ ਦੀ ਜਿਹੜੀ ਸ਼ਕਲ ਹੁੰਦੀ ਹੈ ਉਹਦੇ ਆਭਾਸੀ ਪੈਰਾਂ ਕਰਕੇ ਹੁੰਦੀ ਹੈ। ਠੀਕ ਹੈ। ਜਿਹੜੀ ਸੈੱਲ ਵਾਲ ਹੁੰਦੀ ਹੈ ਉਹ ਐਨੀਮਲ ਸੈੱਲ ਵਿੱਚ ਐਬਸੈਂਟ ਇਨ ਪ੍ਰੈਜ਼ੈਂਟ ਇਨ ਪਲਾਂਟ ਸੈੱਲ। ਪਲਾਂਟ ਸੈੱਲ ਸੈੱਲ ਵਾਲ ਹੁੰਦੀ ਹੈ, ਸੈੱਲ ਭਿੱਤੀ ਕਹਿੰਦੇ ਨੇ ਇਹਨੂੰ। ਇਹ ਬੇਸਿਕ ਡਿਫਰੈਂਸ ਹੈਗਾ ਤੁਹਾਡੇ ਕੋਲ। ਵਿਰਾਮ ਅਵਸਥਾ, ਅਗਰ ਤੁਸੀਂ ਰੈਸਟ ਵਿੱਚ ਹੋ ਵਿਰਾਮ ਅਵਸਥਾ ਦਾ ਮਤਲਬ ਹੁੰਦਾ ਰੈਸਟ ਵਿੱਚ। ਰੈਸਟ ਵਿੱਚ ਤੁਸੀਂ ਹਿੱਲ ਨਹੀਂ ਰਹੇ ਤਾਂ ਤੁਹਾਡੀ ਚਾਲ ਜਾਂ ਸਪੀਡ 0 ਹੁੰਦੀ ਹੈ। ਜਦੋਂ ਤੁਸੀਂ ਹਿੱਲ ਹੀ ਨਹੀਂ ਰਹੇ ਫਿਰ ਤੁਸੀਂ ਚਾਲ ਕੀ ਚੱਲੀ? ਚਾਲ ਤਾਂ ਚੱਲੀ ਨਾ ਤੁਹਾਡੇ ਕੋਲ। ਠੀਕ ਹੈ, ਤਾਂ ਉਸ ਟਾਈਮ ਤੁਹਾਡੀ ਚਾਲ 0 ਹੁੰਦੀ ਹੈ। ਇੱਕ ਹੀ ਦਿਸ਼ਾ ਵਿੱਚ ਲੱਗਿਆ ਬਲ ਜੁੜ ਜਾਵੇਗਾ। ਮਤਲਬ ਇੱਕਾ ਧੱਕਣਾ, ਇਹਨੂੰ ਆਪਾਂ ਧੱਕਾ ਲਾਉਣਾ। ਤੁਸੀਂ ਵੀ ਧੱਕਾ ਲਾ ਰਹੇ ਹੋ, ਮੈਂ ਵੀ ਧੱਕਾ ਲਾ ਰਿਹਾ, ਤਾਂ ਸਾਨੂੰ ਘੱਟ ਐਫਰਟ ਕਰਨਾ ਪਏਗਾ। ਜਿਹੜਾ ਬਲ ਹੈਗਾ ਜੁੜ ਜਾਂਦਾ ਹੈ। ਉਲਟ ਦਿਸ਼ਾ ਵਿੱਚ ਘਟਦਾ, ਇਹ ਵੀ ਲਿਖ ਲਓ। ਅਗਰ ਉਲਟ ਦਿਸ਼ਾ ਵਿੱਚ ਲਗਾਓਗੇ, ਉਲਟ ਦਿਸ਼ਾ ਵਿੱਚ ਲਾਓਗੇ ਕਿ ਮੈਂ ਇਸ ਤਰਫ ਧੱਕ ਰਿਹਾ, ਤੁਸੀਂ ਇਸ ਤਰਫ, ਇਹਨੇ ਮੂਵ ਨਹੀਂ ਕਰਨਾ ਹੈਗਾ। ਜਾਂ ਜਿਹੜਾ ਕਮਜ਼ੋਰ ਹੋ ਉਹਦੀ ਸਾਈਡ ਤੇ ਮੂਵ ਕਰ ਦੂ ਤਾਂ ਅਲਟੀਮੇਟਲੀ ਇੱਥੇ ਬਲ ਘਟੇਗਾ। ਮਤਲਬ ਫੋਰਸ ਦਾ ਰਿਜ਼ਲਟੈਂਟ ਘਟੇਗਾ, ਕਿਉਂਕਿ ਜਿੰਨਾ ਜ਼ੋਰ ਬੜੇ ਨੇ ਮਾਰਿਆ ਛੋਟੇ ਦੀ ਉਹ ਚੋਂ ਘਟ ਜੂਗੀ। ਅਗਰ ਕੋਈ ਚੀਜ਼ ਜ਼ਮੀਨ ਤੇ ਗਿਰਦੀ ਹੈ ਤਾਂ ਗੁਰੂਤਾ ਬਲ ਕਰਕੇ ਹੁੰਦੀ ਹੈ। ਠੀਕ ਹੈ ਜੀ। ਅਗਰ ਕੋਈ ਜ਼ਮੀਨ ਤੇ ਗਿਰਦੀ ਹੈ ਚੀਜ਼ ਤਾਂ ਗੁਰੂਤਾ ਬਲ ਕਰਕੇ ਹੁੰਦੀ ਹੈ। ਅਗਰ ਕੋਈ ਚਲਦੀ ਚੀਜ਼ ਰੁਕ ਜਾਂਦੀ ਹੈ ਤਾਂ ਉਹ ਰਗੜ ਬਲ ਕਰਕੇ ਹੁੰਦੀ ਹੈ। ਅਗਰ ਚਲਦੀ ਚੀਜ਼ ਰੁਕ ਜਾਂਦੀ ਹੈ ਤਾਂ ਰਗੜ ਬਲ ਕੇ। ਅਗਰ ਇੱਕ ਚਾਰਜਿਤ ਵਸਤੂ ਦੂਜੀ ਚੀਜ਼ ਤੇ ਬਲ ਲਗਾਉਂਦੀ ਹੈ ਤਾਂ ਸਥਿਰ ਬਿਜਲੀ ਬਲ ਹੁੰਦਾ। ਸੋ ਵੈਰੀ ਇੰਪੋਰਟੈਂਟ ਹੈਗਾ ਤੁਹਾਡੇ ਕੋਲ। ਠੀਕ ਹੈ ਜੀ। ਸੋ ਜਿਹੜਾ ਹੈਗਾ ਤੁਹਾਡੇ ਕੋਲ ਤੇ ਇੱਥੋਂ ਧਿਆਨ ਨਾਲ ਦੇਖਿਓ ਜੀ, ਇੱਥੋਂ ਲਾਜ਼ਮੀ ਆਉਣਾ ਵਿਰਾਮ ਅਵਸਥਾ ਵਿੱਚ ਸਪੀਡ 0, ਇੱਕ ਦਿਸ਼ਾ 'ਚ ਲੱਗਿਆ ਬਲ ਜੁੜ ਜਾਏਗਾ, ਉਲਟ ਦਿਸ਼ਾ 'ਚ ਘਟ ਜਾਏਗਾ। ਜੇ ਕੋਈ ਚੀਜ਼ ਜ਼ਮੀਨ ਵੱਲ ਗਿਰਦੀ ਹੈ, ਤੁਹਾਨੂੰ ਪੁੱਛੇ ਤੁਹਾਡੇ ਕੋਲ ਕੋਇਨ ਹੈ ਜੀ, ਜ਼ਮੀਨ ਤੇ ਗਿਰ ਗਿਆ ਤਾਂ ਉੱਤੋਂ ਬਾਲ ਥੱਲੇ ਗਿਰ ਗਈ ਤਾਂ ਗੁਰੂਤਾ ਬਲ ਕਰਕੇ ਆ। ਚਲਦੀ ਚੀਜ਼ ਰਗੜ ਕਰਕੇ ਰੁਕਦੀ ਹੈ। ਇੱਕ ਚਾਰਜਿਤ ਵਸਤੂ ਦੂਜੀ ਵਸਤੂ ਤੇ ਜਦੋਂ ਬਲ ਲਗਾਉਂਦੀ ਹੈ ਤਾਂ ਇਲੈਕਟ੍ਰੋਸਟੈਟਿਕ ਫੋਰਸ ਹੁੰਦੀ ਹੈ। ਠੀਕ ਹੈ। ਚੁੰਬਕੀ ਬਲ ਅਸੰਪਰਕ ਬਲ ਹੈ। ਅਸੰਪਰਕ ਬਲ ਨੂੰ ਕਹਿੰਦੇ ਨੌਨ ਕੰਟੈਕਟ ਫੋਰਸ। ठीक है। संपर्क बल की ਹੁੰਦਾ ਰਗੜ, ਮਤਲਬ ਚੁੰਬਕੀ ਬਲ ਅਸੰਪਰਕ ਮੈਨੇ ਚੁੰਬਕ ਬਿਨਾਂ ਟੱਚ ਹੋਏ ਵੀ ਇੱਕ ਦੂਜੇ ਤੇ ਪ੍ਰਭਾਵ ਪਾ ਰਹੀਆਂ ਨੇ। ਬਿਨਾਂ ਟੱਚ ਹੋਏ ਵੀ ਇੱਕ ਦੂਜੇ ਤੇ ਪ੍ਰਭਾਵ ਪਾ ਰਹੀਆਂ ਨੇ ਤੁਹਾਡੇ ਕੋਲ। ਠੀਕ ਹੋ ਗਿਆ ਜੀ। ਉਸ ਤੋਂ ਬਾਅਦ ਹੈ ਜਿਹੜਾ ਤੁਹਾਡੇ ਕੋਲ, ਠੀਕ ਹੈ, ਤੇ ਮੈਂ ਤੁਹਾਨੂੰ ਅੱਜ SS ਦਾ ਵੀ ਪੇਪਰ ਦਾ ਸੋਲੂਸ਼ਨ ਦੱਸੂਗਾ ਜੀ। अगर टाइम मिले आज देख लियो, अदरवाइज कोई नहीं, कल पेपर खत्म करके देख लियो, बट सोल्यूशन जरूर पाऊंगा ਤਾਂ ਜੋ ਤੁਸੀਂ ਮੈਚ ਕਰਕੇ ਮੈਨੂੰ ਦੱਸੋ। ਮੈਂ ਦੇ ਤਾਂ 39 40 ਮੈਨੂੰ ਕਈਆਂ ਨੇ ਕਹੇ ਨੇ। ਠੀਕ ਹੈ। ਬਲ ਕਿਸੇ ਚੀਜ਼ ਦੀ ਸਥਿਤੀ ਬਦਲ ਦਿੰਦਾ, ਦਿਸ਼ਾ ਬਦਲ ਦਿੰਦਾ, ਆਕਾਰ ਬਦਲ ਦਿੰਦਾ। ਤਾਂ ਸਥਿਤੀ, ਦਿਸ਼ਾ ਤੇ ਆਕਾਰ ਜਿਹੜਾ ਬਦਲਦਾ ਹੈਗਾ ਤੁਹਾਡੇ ਪਾਸ ਉਹ ਬਲ ਹੈਗਾ ਤੁਹਾਡੇ ਕੋਲ। ਠੀਕ ਹੈ ਜੀ। ਤਾਂ ਜਦੋਂ ਤੁਹਾਡੇ ਕੋਲ ਇਹ ਵਾਲੀ ਚੀਜ਼ ਹੋਗੀ। ਠੀਕ ਹੈ। ਚਲਿਏ ਅੱਗੇ ਜੀ। ਬਾਲਟੀ ਚੁੱਕਣ ਵੇਲੇ ਕਿਹੜਾ ਬਲ ਲੱਗਦਾ? ਦੋ ਆਪਸ਼ਨਾਂ ਦੇਖ ਲਿਓ ਜੀ ਤੁਹਾਡੇ ਕੋਲ। ਬਾਲਟੀ ਥੱਲੇ ਨੂੰ ਚੁੱਕ ਰਹੀ ਹੁੰਦੀ ਹੈ, ਗੁਰੂਤਾ ਬਲ ਹੁੰਦਾ। ਤੁਸੀਂ ਪੇਸ਼ੀ ਬਲ, ਮੈਨੇ ਤੁਹਾਡੀ ਮਾਸਪੇਸ਼ੀਆਂ 'ਚ, ਤੁਹਾਡੇ ਡੋਲਿਆਂ ਦੀ ਜਾਨ ਹੈ ਜਿਹੜੀ ਮਾਸਪੇਸ਼ੀਆਂ ਦੀ, ਤੁਸੀਂ ਉੱਤੇ ਚੁੱਕ ਰਹੇ ਹੋ। ਸੋ ਜਿਹੜੀ ਆਪਸ਼ਨ ਪੇਪਰ ਵਿੱਚ ਆਈ ਉਹ ਆਪਸ਼ਨ ਕਰ ਦੇਣਾ। ਜੇ ਉਪਰੋਕਤ ਦੋਵੇਂ ਆਇਆ ਤਾਂ ਦੋਨਾਂ ਨੂੰ ਹੀ ਲਗਾ ਦੇਣਾ ਤੁਹਾਡੇ ਪਾਸ। ਇਸ ਚੀਜ਼ ਦੀ ਖਿਆਲ ਰੱਖਣਾ ਤੁਹਾਡੇ ਕੋਲ। ਠੀਕ ਹੈ। ਪ੍ਰੈਸ਼ਰ ਹੁੰਦਾ, ਪ੍ਰੈਸ਼ਰ ਮੈਨੇ ਕੀ ਹੁੰਦਾ? ਦਬਾਅ ਹੁੰਦਾ ਹੈ ਨਾ। ਫੋਰਸ ਪਰ ਯੂਨਿਟ ਏਰੀਆ। ਠੀਕ ਹੈ। ਫੋਰਸ ਹੁੰਦਾ ਬਲ, ਏਰੀਆ ਹੁੰਦਾ ਪਰ ਯੂਨਿਟ ਏਰੀਆ, ਇਹ ਖੇਤਰਫਲ ਹੁੰਦਾ। ਹੁਣ ਇੱਥੋਂ ਬਹੁਤ ਜ਼ਰੂਰੀ ਧਿਆਨ ਰੱਖਣਾ, ਕਿਉਂਕਿ ਇਹਦੇ ਕੌਨਸੀਕੁਐਂਸ ਦੇ ਉੱਤੇ, ਇੱਕ ਰਿਜ਼ਲਟ ਦੇ ਉੱਤੇ ਲਾਜ਼ਮੀ ਕੁਐਸਚਨ ਬਣਦਾ ਹੈਗਾ। ਔਰ ਉਹ ਕੁਐਸਚਨ ਕੀ ਹੈ? ਦੇਖੋ ਆਹ ਚੀਜ਼ ਦੇਖੋ, ਅਗਰ ਏਰੀਆ ਜਾਂ ਖੇਤਰਫਲ ਘੱਟ ਹੋਵੇਗਾ ਤਾਂ ਪ੍ਰੈਸ਼ਰ ਜ਼ਿਆਦਾ ਹੋਏਗਾ। ਇਹ ਚੀਜ਼ ਖਿਆਲ ਰੱਖਣਾ, ਕਿਉਂਕਿ ਨਾ ਇਹ ਇਨਵਰਸ ਪ੍ਰਪੋਰਸ਼ਨ ਹੈ। ਪ੍ਰੈਸ਼ਰ, ਏਰੀਆ ਨੀਚੇ ਹੈ, ਪ੍ਰੈਸ਼ਰ ਉੱਤੇ ਹੈ, ਤੇ ਇਹਨੂੰ ਕਹਿੰਦੇ ਇਨਵਰਸਲੀ ਪ੍ਰਪੋਰਸ਼ਨ। ਹਾਲਾਂਕਿ 8 ਵਿੱਚ ਇਹ ਨਹੀਂ ਦੱਸਦੇ। ਇਨਵਰਸ ਪ੍ਰਪੋਰਸ਼ਨ ਦਾ ਮਤਲਬ ਹੈ ਜੇ ਪਹਿਲੀ ਚੀਜ਼ ਵਧੇਗੀ ਤਾਂ ਦੂਜੀ ਘਟੇਗੀ, ਮਤਲਬ ਇਨਵਰਸ ਪ੍ਰਪੋਰਸ਼ਨ ਹੈ ਇਹ ਤੁਹਾਡੇ ਕੋਲ। ਠੀਕ ਹੈ। ਇਨਵਰਸ ਪ੍ਰਪੋਰਸ਼ਨ ਦਾ ਮਤਲਬ ਹੁੰਦਾ, ਮੈਥ ਵਿੱਚ ਵੀ ਤੁਸੀਂ ਹਾਲੇ ਇਹ ਚੈਪਟਰ ਨਹੀਂ ਪੜ੍ਹਿਆ, ਅਗਲੇ ਸਮੈਸਟਰ 'ਚ ਹੈ। ਇਨਵਰਸ ਪ੍ਰਪੋਰਸ਼ਨ ਦਾ ਮਤਲਬ ਇਹ ਹੈ ਕਿ ਇੱਕ ਚੀਜ਼ ਵਧੇਗੀ ਤਾਂ ਦੂਜੀ ਚੀਜ਼ ਜਿਹੜੀ ਹੈਗੀ ਆ ਉਹ ਘਟੇਗੀ। ਇੱਕ ਚੀਜ਼ ਵਧੇਗੀ ਤਾਂ ਦੂਜੀ ਚੀਜ਼ ਜਿਹੜੀ ਹੈਗੀ ਆ ਉਹ ਘਟੇਗੀ। ਤਾਂ ਹੁਣ ਏਰੀਆ, ਠੀਕ ਹੈ, ਧਿਆਨ ਨਾਲ ਦੇਖੋ, ਅਗਰ ਇਹ ਖੇਤਰਫਲ ਘੱਟ ਹੈ, ਖੇਤਰਫਲ ਇਹ ਘੱਟ ਹੈ ਤਾਂ ਪ੍ਰੈਸ਼ਰ ਜ਼ਿਆਦਾ। ਅਗਰ ਖੇਤਰਫਲ ਜ਼ਿਆਦਾ ਹੈ ਤਾਂ ਪ੍ਰੈਸ਼ਰ, ਹੁਣ ਤੁਸੀਂ ਸਿੰਪਲ ਦੇਖੋ, ਤਿੱਖਾ ਚਾਕੂ ਜ਼ਿਆਦਾ ਕੱਟਦਾ ਹੈ, ਉਹ ਤੁਹਾਨੂੰ ਕਾਰਨ ਪੁੱਛੇ ਤਿੱਖਾ ਚਾਕੂ,
ਤਿੱਖੇ ਚਾਕੂ ਦੇ ਵਿੱਚ ਮੂੰਹ ਤਿੱਖਾ ਹੈ ਨਾ, ਉਹਦਾ ਤਾਂ ਏਰੀਆ ਘੱਟ ਹੈ, ਉਹਦੇ ਵਿੱਚ ਏਰੀਆ ਘੱਟ ਹੈ। ਤਾਂ ਜੇ ਏਰੀਆ ਘੱਟ ਹੋਊਗਾ ਤਾਂ ਦਬਾਅ ਕੀ ਹੋਊਗਾ, ਖੇਤਰਫਲ ਘੱਟ ਤਾਂ ਦਬਾਅ ਜ਼ਿਆਦਾ। ਤਿੱਖਾ ਚਾਕੂ ਹੁਣ ਮੋਟੀ ਸਟਰੈਪ ਵਾਲਾ ਹੈ, ਹੁਣ ਇੱਕ ਬੰਦੇ ਦਾ ਬਸਤਾ ਤਾਂ ਇੰਨਾ ਮੋਟੀ ਸਟਰੈਪ ਵਾਲਾ, ਇੱਕ ਬੰਦੇ ਦਾ ਬਸਤਾ ਇੰਨੀ ਪਤਲੀ ਸਟਰੈਪ ਵਾਲਾ ਹੈ। ਹੁਣ ਇੱਥੇ ਏਰੀਆ ਘੱਟ ਹੈ, ਏਰੀਆ ਘੱਟ ਹੈ ਤਾਂ ਪ੍ਰੈਸ਼ਰ ਜ਼ਿਆਦਾ ਹੋਊਗਾ। ਸੋ ਜਿਸ ਬੱਚੇ ਦਾ ਬਸਤਾ ਪਤਲੀ ਸਟਰੈਪ ਵਾਲਾ ਹੈਗਾ, ਉਹ ਬੱਚਾ ਜ਼ਿਆਦਾ ਮਹਿਸੂਸ ਕਰਦਾ ਵੀ ਮੇਰਾ ਬਸਤਾ ਭਾਰੀ ਹੈ। ਜਿਹਦਾ ਬਸਤਾ ਚੌੜੀ ਸਟਰੈਪ ਵਾਲਾ ਹੁੰਦਾ ਹੈਗਾ, ਉਹ ਬੱਚਾ ਜਿਹੜਾ ਹੈਗਾ ਤੁਹਾਡੇ ਕੋਲ ਉਹ ਕਹੂਗਾ ਭਾਰ ਨਹੀਂ ਗਾ। ਕਿਉਂ? ਕਿਉਂਕਿ ਇਹਦਾ ਏਰੀਆ ਜ਼ਿਆਦਾ ਹੋ ਗਿਆ। ਜੇ ਏਰੀਆ ਜ਼ਿਆਦਾ ਹੋ ਗਿਆ ਤਾਂ ਪ੍ਰੈਸ਼ਰ ਕੀ ਹੋ ਗਿਆ, ਪ੍ਰੈਸ਼ਰ ਤੁਹਾਡਾ ਘਟ ਗਿਆ। P ਫॉर ਪ੍ਰੈਸ਼ਰ ਨੀਚੇ ਨੂੰ ਦਾ ਮਤਲਬ ਘਟ ਗਿਆ। ਇਹਦਾ ਮਤਲਬ ਜੇ ਤੁਹਾਨੂੰ ਪੁੱਛਿਆ ਜਾਵੇ ਵੀ ਰਾਮ ਦੋ ਬਸਤੇ ਖਰੀਦਣ ਗਿਆ, ਇੱਕ ਪਤਲੀ ਸਟਰੈਪ ਵਾਲਾ ਤੇ ਇੱਕ ਮੋਟੀ ਸਟਰੈਪ ਵਾਲਾ, ਕਿਉਂਕਿ ਕੁਐਸਚਨ ਤਾਂ ਇਦਾਂ ਹੀ ਬਣਨੇ ਨੇ, ਤਾਂ ਤੁਸੀਂ ਕਿਹੜਾ ਖਰੀਦੋਗੇ? ਫਿਰ ਇੱਕ ਚਾਕੂ ਦੇਖਿਆ ਸੀ, ਚਾਕੂ ਦਾ ਉੱਪਰ ਮੂਰਲਾ ਏਰੀਆ ਘੱਟ ਹੈ, ਉਹ ਥੋੜ੍ਹਾ ਜਿਹਾ ਵੱਧ ਹੈ। ਕੁੰਡਾ ਕਿਹੜਾ ਹੋਊਗਾ, ਤੇਜ਼ ਕਿਹੜਾ ਹੋਊਗਾ? ਜਿੰਨੀ ਟੈਂਕੀ ਉੱਚੀ ਹੋਵੇਗੀ ਉਹਨਾਂ ਟੂਟੀਆਂ ਵਿੱਚ ਪ੍ਰੈਸ਼ਰ ਜ਼ਿਆਦਾ ਆਏਗਾ। ਤੁਹਾਡੇ ਕੋਲ ਟੈਪਸ ਦੇ ਵਿੱਚ ਪ੍ਰੈਸ਼ਰ ਜਿਹੜਾ ਹੈ ਜ਼ਿਆਦਾ ਆਏਗਾ ਜਿੰਨੀ ਟੈਂਕੀ ਉੱਚੀ ਹੋਏਗੀ। ਸੋ ਟੈਂਕੀ ਜਿਹੜੀ ਹੈਗੀ ਉਚਾਈ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੈ ਪ੍ਰੈਸ਼ਰ ਦੇ। ਠੀਕ ਹੈ ਜੀ। ਰਗੜ ਸਾਡੀ ਦੋਸਤ ਵੀ ਹੈ, ਕਿਉਂਕਿ ਅਸੀਂ ਰਗੜ ਨਾਲ ਹੀ ਤੁਰ ਸਕਦੇ ਹਾਂ। ਤੁਹਾਡੇ ਕੋਲ ਬੋਰਡ ਤੇ ਲਿਖ ਸਕਦੇ ਹਾਂ ਤੁਹਾਡੇ ਪਾਸ। ਠੀਕ ਹੈ ਜੀ, ਬੋਰਡ ਤੇ ਲਿਖ ਸਕਦੇ ਹਾਂ। ਸੋ ਰਗੜ ਸਾਡੀ ਦੁਸ਼ਮਣ ਵੀ ਹੈ ਤੇ ਰਗੜ ਸਾਡੇ ਦੁਸ਼ਮਣ ਕਿਉਂ ਹੈ? ਗਰਾਰੀਆਂ ਘਸਦੀਆਂ, ਗਰਾਰੀਆਂ ਘਸਦੀਆਂ, ਘਸਦੀਆਂ। ਠੀਕ ਹੈ, ਉਹ ਤੋਂ ਬਾਅਦ ਜਿਹੜਾ ਹੈਗਾ ਤੁਹਾਡੇ ਕੋਲ ਬਹੁਤ ਸਾਰੇ ਬਾਡੀ ਪਾਰਟਸ ਤੋਂ ਹੀਟ ਨਿਕਲਦੀ ਹੈ, ਹੀਟ ਨਾਲ ਵੀ ਜਿਹੜਾ ਹੈਗਾ ਤੁਹਾਡੇ ਕੋਲ એનર્ਜੀ ਲਾਸ ਹੁੰਦਾ। ਸੋ ਰਗੜ ਘਟਾਉਣ ਦੇ ਤਰੀਕੇ ਕੀ ਹੋਣਗੇ? ਸੋ ਰਗੜ ਘਟਾਉਣ ਦੇ ਤਰੀਕੇ, ਅਗਰ ਜ਼ਿਆਦਾ ਕੁਐਸਚਨ ਦੇਖਣੇ ਆ, ਜ਼ਿਆਦਾ ਵੇਲ ਹੈ ਤਾਂ ਰਗੜ ਦੀਆਂ ਸ਼ੀਟਾਂ ਵੀ ਪਲੇਲਿਸਟ 'ਚ ਪਈਆਂ ਨੇ, ਤੁਸੀਂ ਪਲੇਲਿਸਟ ਦੇਖ ਸਕਦੇ ਹੋ। ਐਸਾ ਨਹੀਂ ਹੈ ਕਿ ਤੁਹਾਡੇ ਕੋਲ ਜਿਹੜਾ ਵੀ ਅੱਜ ਵੀਡੀਓ ਪਾਉਣ ਲੱਗਿਆ ਵਾਂ ਸਿਲੇਬਸ ਐਨ ਵਧੀਆ ਟਿਪ ਟੌਪ ਢੰਗ ਨਾਲ ਕੀਤਾ ਹੋਇਆ ਤੁਹਾਡੇ ਕੋਲ। ਸਿਰਫ ਜਿਹੜਾ ਹੈਗਾ ਇਹ ਤੁਹਾਡੇ ਕੋਲ ਆਪਾਂ ਸਿਰਫ ਹੁਣ ਉਹਨੂੰ ਸੈੱਟ ਹੀ ਕਰਨਾ ਹੈਗਾ। ਤਾਂ ਜਿਨ੍ਹਾਂ ਨੇ ਕੀਤਾ ਹੋਇਆ ਸੀ ਉਹਨਾਂ ਦੀ ਰਿਵੀਜ਼ਨ ਮੈਂ ਕਰਾ ਰਿਹਾ। ਰਗੜ ਘਟਾਉਣ ਦੇ ਤਰੀਕੇ, ਠੀਕ ਹੈ, ਬਾਲ ਬੈਰਿੰਗ ਲਗਾ ਲਓ, ਵੇਲਣੀ ਰਗੜ ਬਣਾ ਲਓ, ਵੇਲਣੀ ਰਗੜ ਮੈਨੇ ਪਹੀਏ ਲਗਾ ਲਓ। ਠੀਕ ਹੈ, ਸਨੇਹਕ, ਸਨੇਹਕ ਕੀ ਹੁੰਦਾ? ਤੇਲ, ਗਰੀਸ, ਇਹਨੂੰ ਸਨੇਹਕ ਕਹਿੰਦੇ ਨੇ। ਪਾਊਡਰ ਯੂਜ਼ ਕਰ ਲਓ ਤੁਸੀਂ, ਕੈਰਮ ਬੋਰਡ ਤੇ ਕਰਦੇ ਹੋ ਨਾ ਤੁਹਾਡੇ ਕੋਲ। ਠੀਕ ਹੈ, ਇਹ ਸਾਰੇ ਰਗੜ ਵਾਲੇ ਨੇ। ਤੇਲਾਂ ਦਾ ਉਪਯੋਗ ਕਰ ਸਕਦੇ ਹੋ ਮਸ਼ੀਨਾਂ ਵਿੱਚ ਤੁਸੀਂ। ਠੀਕ ਹੈ, ਇੰਨੇ ਕੁਐਸਚਨ ਨਾ ਤੁਹਾਡੇ ਕਨਸੈਪਟ ਇੰਨੇ ਅੱਛੇ ਬਣ ਜਾਣੇ ਨੇ ਨਾ, ਤੁਸੀਂ ਸਿਰਫ 1 ਘੰਟਾ ਵੀਡੀਓ ਦੇਖਣੇ ਸਾਇੰਸ ਦੇ, ਸਾਰਾ ਦਿਨ ਪਿਆ ਤੁਹਾਡੇ ਕੋਲ। ਠੀਕ ਹੈ, ਸਭ ਤੋਂ ਵੇਲਣੀ ਰਗੜ ਸਭ ਤੋਂ ਘੱਟ ਹੁੰਦੀ ਹੈ, ਮਤਲਬ ਰਗੜ ਲੱਗਦੀ ਨਹੀਂ। ਉਹ ਤੋਂ ਵੱਡੀ ਸਰਕਣਸ਼ੀਲ ਹੁੰਦੀ ਹੈ, ਸਥਿਤਿਕ ਸਭ ਤੋਂ ਜ਼ਿਆਦਾ ਹੁੰਦੀ ਹੈ, ਸਭ ਤੋਂ ਜ਼ਿਆਦਾ ਰਗੜ ਸਥਿਤਿਕ ਹੁੰਦੀ ਹੈਗੀ ਹੈ ਤੁਹਾਡੇ ਕੋਲ। ਠੀਕ ਹੈ ਜੀ। ਉਸ ਤੋਂ ਬਾਅਦ ਖਿਡਾਰੀ ਕਿੱਲਾਂ ਵਾਲੀ ਜੁੱਤੀ ਇਸ ਲਈ ਪਾਉਂਦੇ ਹਨ ਕਿ ਰਗੜ ਵਧੇ, ਰਗੜ ਵਧੇ ਉਹ ਸਲਿੱਪ ਨਾ ਕਰਨ, ਨਹੀਂ ਤਾਂ ਗਰਾਊਂਡ 'ਚ ਗਿਰੇ ਰਹਿਣ। ਕਿੱਲਾਂ ਵਾਲੀ ਜੁੱਤੀ ਮਤਲਬ ਜਿਹੜੇ ਹੈਗੇ ਆ ਉਹਨਾਂ ਦੇ ਸ਼ੂਜ਼ ਜਿਹੜੇ ਸਪਾਈਕਸ ਹੁੰਦੇ, ਕਿੱਲਾਂ ਵਾਲੀ ਜੁੱਤੀ ਮਤਲਬ ਕਿੱਲਾਂ ਨਹੀਂ ਲੱਗੀਆਂ ਹੁੰਦੀਆਂ, ਉਹਨੂੰ ਅਸੀਂ ਸਪਾਈਕਸ ਕਹਿੰਦੇ ਆ ਤੁਹਾਡੇ ਕੋਲ। ਠੀਕ ਹੈ, ਨੀਚੇ ਸਪਾਈਕਸ ਹੁੰਦੀਆਂ, ਪਕੜਨ ਲਈ ਗ੍ਰਿਪ ਹੁੰਦੀ, ਐਂ ਕਹਿ ਲਓ ਤੁਹਾਡੇ ਕੋਲ। ਠੀਕ ਹੈ, ਜਿਹੜਾ ਪੈਕਟਾਂ ਵਾਲਾ ਦੁੱਧ ਆਉਂਦਾ ਉਹਦੇ ਲਈ ਵਰਡ ਯਾਦ ਕਰਿਓ, ਪਾਸਚੀਕ੍ਰਿਤ ਦੁੱਧ ਹੁੰਦਾ, ਪਾਸਚਰਾਈਜ਼। 68 ਤੋਂ 70 ਡਿਗਰੀ ਤੱਕ ਗਰਮ ਕਰ ਲੈਂਦੇ, ਕਈਆਂ ਤੇ 68 ਹੀ ਲਿਖਿਆ, ਕੋਈ ਚੱਕਰ ਨਹੀਂ, ਕਿੱਥੇ 70 ਲਿਖਿਆ, ਮੈਂ 68 to 70 ਕਰਤਾ। ਗਰਮ ਕਰਕੇ ਇੱਕਦਮ ਠੰਡਾ ਕਰ ਲਿਆ ਜਾਂਦਾ, ਇੰਨਾ ਉਹਦੇ ਵਿੱਚ ਨਾ ਬੈਕਟੀਰੀਆ ਨਹੀਂ ਰਹਿੰਦੇ ਹੈਗੇ। ਠੀਕ ਹੈ, ਪਿਓਰ ਹੋ ਜਾਂਦਾ, ਉਹ 'ਚ ਸੂਖਮ ਜੀਵ ਖਤਮ ਹੋ ਜਾਂਦੇ ਆ। ਠੀਕ ਹੈ ਜੀ। ਉਸ ਤੋਂ ਬਾਅਦ ਹੈਗਾ ਇਹ ਜਿਹੜਾ ਹੈਗਾ, ਸੋ ਤੁਹਾਨੂੰ ਪੁੱਛਿਆ ਜਾਵੇ ਪਾਸਚੀਕ੍ਰਿਤ ਦੁੱਧ ਬਾਰੇ ਤਾਂ ਤੁਸੀਂ ਕਹਿ ਦੇਣਾ ਛੂਤ ਦੇ ਰੋਗਾਂ ਦੇ ਆਮ ਵਾਹਕ, ਆਮ ਵਾਹਕ ਘਰੇਲੂ ਮੱਖੀ ਹੈ ਜੀ, ਜਿਹੜੀ ਹਾਊਸ ਫਲਾਈ ਹੁੰਦੀ ਹੈ ਤੁਹਾਡੇ ਕੋਲ। ਠੀਕ ਹੈ ਜੀ। ਸੋ ਅੱਗੇ ਚੱਲੀਏ, ਖੰਡ ਦੇ ਅਲਕੋਹਲ ਬਣਨ ਦੀ ਕਿਰਿਆ ਨੂੰ ਖਮੀਰਨ ਕਿਰਿਆ ਕਹਿੰਦੇ। ਅਗਰ ਖੰਡ ਤੋਂ ਅਲਕੋਹਲ ਬਣਾਓਗੇ ਤਾਂ ਖਮੀਰਨ ਕਿਰਿਆ ਹੋਊਗੀ। ਖਮੀਰ ਦੀ ਵਰਤੋਂ ਜਿਹੜੀ ਹੈਗੀ ਆ ਉਹ ਸ਼ਰਾਬ ਦੀ ਤਿਆਰੀ ਲਈ ਕੀਤੀ ਜਾਂਦੀ ਹੈ। ਖੰਡ ਤੋਂ ਅਲਕੋਹਲ ਉਰੀ ਕਹਿਤਾ ਮੈਂ, ਅਲਕੋਹਲ ਸ਼ਰਾਬ ਵੀ ਹੁੰਦਾ ਤੁਹਾਡੇ ਕੋਲ। ਠੀਕ ਹੈ, ਸੋ ਸ਼ਰਾਬ ਜਿਹੜੀ ਹੈਗੀ ਹੈ ਇਹ ਖਮੀਰੀ ਕਿਰਿਆ ਨਾਲ ਬਣਦੀ ਹੈ। ਸਟ੍ਰੈਪਟੋਮਾਈਸਿਨ ਇੱਕ ਪ੍ਰਤੀਜੈਵਿਕ ਦਵਾਈ ਹੈ, ਐਂਟੀਬਾਇਓਟਿਕ। ਠੀਕ ਹੈ, ਐਂਟੀਬਾਇਓਟਿਕ ਲੈਣ ਵੇਲੇ ਸਿਰਫ ਇੱਕ ਖਿਆਲ ਰੱਖਣਾ ਪੈਂਦਾ ਹੁੰਦਾ ਕਿ ਇਹਦਾ ਕੋਰਸ ਪੂਰਾ ਕਰਨਾ ਪੈਂਦਾ ਹੁੰਦਾ, ਜਿੰਨੀ ਡਾਕਟਰ ਨੇ ਦਵਾਈ ਕਹੀ, ਨਾ ਜ਼ਿਆਦਾ ਖਾਣੀ ਪੈਂਦੀ ਹੈ ਨਾ ਘੱਟ ਪਾਣੀ ਹੁੰਦੀ। ਮੈਦਾ ਹੈ, ਮੈਦਾ ਫੁੱਲਦਾ ਕਿਉਂ ਹੈ? ਖਮੀਰ ਕਰਕੇ ਫੁੱਲਦਾ, ਖਮੀਰ ਸੈੱਲਾਂ ਦਾ ਵਾਧਾ ਹੁੰਦਾ ਤੇ ਕਾਰਬਨ ਡਾਈਆਕਸਾਈਡ ਨਿਕਲਦੀ ਹੈ। ਮੈਦਾ ਮਤਲਬ ਮੈਦੇ ਤੇ ਜਿੰਨੀਆਂ ਵੀ ਡਿਸ਼ਿਸ ਬਣਦੀਆਂ ਨੇ ਮੈਦੇ ਨੂੰ ਫੁਲਾਉਣ ਕਰਕੇ ਹੁੰਦੀਆਂ ਨੇ, ਉਹ 'ਚ ਖਮੀਰ ਸੈੱਲਾਂ ਦਾ ਜਿਹੜਾ ਹੈਗਾ ਵਾਧਾ ਹੁੰਦਾ ਹੈਗਾ। ਠੀਕ ਹੈ ਜੀ। ਸੋ ਇਹ ਹੋ ਗਿਆ ਛੱਪੜ ਦੇ ਪਾਣੀ ਨੂੰ ਅਗਰ ਤੁਸੀਂ ਸਲਾਈਡ ਤੇ ਦੇਖੋ ਤਾਂ ਤੁਹਾਨੂੰ ਕਿੱਦਾਂ ਦੇ ਜੀਵ ਮਿਲਣਗੇ। ਸਲਾਈਡ ਮੈਨੇ ਮਾਈਕਰੋਸਕੋਪ ਦੇ ਅੰਡਰ, ਮਾਈਕਰੋਸਕੋਪ ਦੇ ਨੀਚੇ ਸ਼ੀਸ਼ੇ ਨੂੰ ਸਲਾਈਡ ਕਹਿੰਦੇ ਆ, ਮਾਈਕਰੋਸਕੋਪ ਵਿੱਚ,
ਮਾਈਕਰੋਸਕੋਪ 'ਚ ਸਲਾਈਡ ਦੇਖੋਗੇ ਤਾਂ ਸਾਨੂੰ ਅਮੀਬਾ ਦਿਖ ਜਾਏਗਾ, ਸਪਾਇਰੋਗੈਰਾ ਦਿਖ ਜਾਏਗਾ, ਪੈਰਾਮੀਸ਼ੀਅਨ ਦਿਖ ਜਾਏਗਾ। ਇਹ ਗੰਦੇ ਪਾਣੀ 'ਚ ਆਮ ਮਿਲਦੇ ਨੇ ਤੁਹਾਡੇ ਕੋਲ, ਠੀਕ ਹੈ। ਅਮੀਬਾ ਵਿੱਚ 2 ਖੰਡਨ ਹੁੰਦਾ ਯਾਦ ਰੱਖਿਓ, ਤੁਹਾਡੇ ਕੋਲ ਬਾਈਨਰੀ ਫਿਸ਼ਨ ਹੁੰਦੀ ਹੈ 2 ਖੰਡਨ, ਠੀਕ ਹੈ। ਜਿਹੜਾ ਹਾਈਡਰਾ ਹੁੰਦਾ ਹੈਗਾ ਤੁਹਾਡੇ ਕੋਲ, ਹਾਈਡਰਾ ਵਿੱਚ ਬਰਡਿੰਗ ਹੁੰਦੀ ਹੈ, ਬਰਡ ਉਤਪੰਨ ਹੁੰਦੀ ਹੈ। ਸੋ ਇਹ ਵੀ ਯਾਦ ਰੱਖਣਾ, ਹਾਈਡਰਾ ਵਿੱਚ ਬਰਡਿੰਗ ਹੁੰਦੀ ਹੈ। ਰੱਬੀ ਦੀ ਫਸਲ ਸਰਦੀਆਂ ਵਿੱਚ ਹੁੰਦੀ ਹੈ, ਕਣਕ, ਛੋਲੇ, ਮਟਰ, ਸਰੋਂ, ਠੀਕ ਹੈ ਜੀ। ਤੋ ਜਿਹੜੀ ਹੈਗੀ ਹੈ ਖਾਰੀਫ ਦੀ ਫਸਲ ਜੂਨ ਤੋਂ ਸਤੰਬਰ ਤੱਕ ਹੁੰਦੀ ਹੈ, ਧਾਨ, ਝੋਨਾ, ਮੱਕੀ, ਮੂੰਗਫਲੀ, ਸੋਇਆਬੀਨ, ਠੀਕ ਹੈ ਜੀ। ਸੋ ਇੰਨਾ ਕਰ ਲਓ ਜੀ ਹਾਲੇ ਤੱਕ ਤੁਹਾਡੇ ਕੋਲ, ਠੀਕ ਹੈ ਜੀ। ਸੋ ਸ਼ੇਅਰ ਜ਼ਰੂਰ ਕਰ ਦਿਓ ਜੀ ਤੁਹਾਡੇ ਪਾਸ, ਜੇ ਚੈਨਲ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤਾਂ ਜ਼ਰੂਰ ਕਰ ਦਿਓ। ਆਪ ਕਰ ਲਿਆ ਤਾਂ ਗਵਾਂਢੀ ਦਾ ਕਰਵਾ ਦਿਓ, ਕਰਵਾ ਜ਼ਰੂਰ ਦਿਓ, ਠੀਕ ਹੈ ਜੀ। ਥੈਂਕ ਯੂ।